ਇੱਕ ਵਾਰ ਫੇਰ ਤੋਂ ਸਵਾਗਤ ਹੈ ਕਲਾਸ ਦੇ ਵਿੱਚ। ਸੋ ਅੱਜ ਜਿਹੜਾ ਅਸੀਂ ਟੌਪਿਕ ਪੜ੍ਹਨ ਜਾ ਰਹੇ ਹਾਂ ਉਹ ਹੈਗਾ ਹੋਸਪਿਟੈਲਿਟੀ ਐਂਡ ਇਟਸ origin। ਸੋ ਹੋਸਪਿਟੈਲਿਟੀ ਕੀ ਹੈ, ਉਹ ਕਿਵੇਂ ਹੋਂਦ ਵਿੱਚ ਆਈ, ਅਸੀਂ ਅੱਜ ਉਹਦੇ ਬਾਰੇ ਜਾਣਾਂਗੇ। ਸੋ ਕਹਿ ਰਹੇ ਨੇ ਕਿ ਹੋਸਪਿਟੈਲਿਟੀ ਇਜ਼ ਟ੍ਰੀਟਿੰਗ ਪੀਪਲ ਲਾਈਕ ਯੂ ਵੁੱਡ ਵਾਂਟ ਟੂ ਬੀ ਟ੍ਰੀਟਡ ਵੈਨ ਯੂ ਆਰ ਟਰੈਵਲਿੰਗ। ਮਤਲਬ ਹੋਸਪਿਟੈਲਿਟੀ ਪੀਪਲ ਨੂੰ, ਲੋਕਾਂ ਨੂੰ ਟਰੀਟ ਕਰਨ ਦਾ ਇੱਕ ਵੇ ਆ, ਜਿਹਨੂੰ ਕਹਿ ਸਕਦੇ ਆ ਕਿ ਕਿਵੇਂ ਤੁਸੀਂ ਚਾਹੁੰਦੇ ਹੋ ਤੁਹਾਨੂੰ ਟਰੀਟ ਕੀਤਾ ਜਾਵੇ ਜਦੋਂ ਤੁਸੀਂ ਟਰੈਵਲ ਕਰ ਰਹੇ ਹੋ। ਸੋ ਟਰੈਵਲਿੰਗ ਦੇ ਟਾਈਮ ਤੁਸੀਂ ਕਈ ਤਰ੍ਹਾਂ ਦੀਆਂ ਫੈਸਿਲਿਟੀਜ਼ ਲੈਣੇ ਜੋ ਅੱਗੇ ਅਸੀਂ ਪੜ੍ਹਾਂਗੇ। ਸੋ ਮਤਲਬ ਕਿ ਤੁਹਾਨੂੰ ਉਸੇ ਤਰੀਕੇ ਦੇ ਨਾਲ ਟਰੀਟ ਕਰਨਾ ਜਿਵੇਂ ਤੁਸੀਂ ਚਾਹੁੰਦੇ ਹੋ। ਤੁਹਾਡੇ ਸਫ਼ਰ ਦੇ ਦੌਰਾਨ ਉਹਨੂੰ ਹੋਸਪਿਟੈਲਿਟੀ ਕਿਹਾ ਜਾਂਦਾ ਹੈ। ਸੋ ਇਨ ਅਦਰ ਵਰਡਸ ਦੇਖਦੇ ਹਾਂ। In other words, it means making a tourist feel totally welcome as not only your guest but also the guest of the complete family of the hotel। ਕਹਿਣ ਤੋਂ ਭਾਵ ਇਹ ਆ ਕਿ ਇਹ ਟੂਰਿਸਟ ਕੌਣ ਹੁੰਦਾ ਹੈ, ਜਿਹੜਾ ਹੋਟਲ ਦੇ ਵਿੱਚ ਆਉਂਦਾ ਆ। ਤੁਸੀਂ ਟੂਰਿਸਟ ਹੋ ਜਦੋਂ ਤੁਸੀਂ ਸਫ਼ਰ ਕਰਕੇ ਕਿਤੇ ਜਾ ਰਹੇ ਹੋ, ਮੀਨਸ ਇੱਕ ਕੰਟਰੀ ਤੋਂ ਦੂਜੀ ਕੰਟਰੀ ਜਾ ਰਹੇ ਹੋ, ਇੱਕ ਸਟੇਟ ਤੋਂ ਦੂਜੀ ਸਟੇਟ ਜਾ ਰਹੇ ਹੋ, ਤੁਸੀਂ ਇੱਕ ਟੂਰਿਸਟ ਹੋ। ਮਤਲਬ ਕਿ ਤੁਹਾਨੂੰ ਟੋਟਲੀ ਵੈਲਕਮਿੰਗ ਫੀਲ ਜਿਹੜਾ ਦੇਣੀ, ਇੱਕ ਵਧੀਆ ਫੀਲ ਦੇਣਾ ਜਦੋਂ ਤੁਸੀਂ ਹੋਟਲ ਦੇ ਵਿੱਚ ਆਉਂਦੇ ਹੋ। ਤੁਹਾਨੂੰ ਹੀ ਨਹੀਂ, ਤੁਹਾਡੀ ਕੰਪਲੀਟ ਫੈਮਿਲੀ ਨੂੰ, ਜਿੰਨੀ ਪੂਰੀ ਫੈਮਿਲੀ ਆਈ ਆ, ਉਹਨੂੰ ਵੈਲਕਮਿੰਗ ਡਰਿੰਕ ਸਰਵ ਕਰਨੀਆਂ, ਉਹਨੂੰ ਵਾਰਮ ਵੈਲਕਮ ਕਰਨਾ, ਇਹ ਸਾਰਾ ਕੁਝ ਹੋਸਪਿਟੈਲਿਟੀ ਹੈ। ਠੀਕ ਹੈ। ਹੋਸਪਿਟੈਲਿਟੀ ਇਜ਼ ਜੀਨੀਅਨ ਸਮਾਈਲਿੰਗ ਫੇਸ। ਠੀਕ ਹੈ, ਇੱਕ ਜੀਨੀਅਨ ਸਮਾਈਲਿੰਗ ਫੇਸ ਹੈ। ਠੀਕ ਹੈ, ਜੈਨੂਅਨ ਹੋਣਾ ਚਾਹੀਦਾ ਜਿਹੜਾ ਫੇਸ ਤੁਹਾਡਾ। ਸਮਾਈਲਿੰਗ ਮੀਨਸ ਕਿ ਡੁਪਲੀਕੇਟ ਸਮਾਈਲਿੰਗ ਨਹੀਂ ਹੈਗਾ। ਹੋਸਪਿਟੈਲਿਟੀ ਇੱਕ ਜੈਨੂਅਨ ਸਮਾਈਲਿੰਗ ਫੇਸ ਆ। ਹੋਸਪਿਟੈਲਿਟੀ ਕੈਨ ਬੀ ਟਰਮਡ ਐਜ਼ ਡੈਲੀਬਰੇਟ, planned and sustains effort to establish and maintain mutual understanding between an organization and public, business of making and keeping friends and promotion and atmosphere of better understanding। ਸੋ ਇਹ ਕੀ ਕਹਿ ਰਹੇ ਆ ਕਿ ਹੋਸਪਿਟੈਲਿਟੀ ਇੱਕ ਤਰ੍ਹਾਂ ਦਾ ਐਫਰਟ ਆ, ਇੱਕ ਤਰ੍ਹਾਂ ਦਾ ਪਲੈਨਿੰਗ ਐਫਰਟ ਆ, ਪਲੈਨਡ ਐਫਰਟ ਆ ਕਿ ਐਸਟੈਬਲਿਸ਼ ਕਰਨਾ, ਮੇਨਟੇਨ ਕਰਨਾ ਤੇ ਪਬਲਿਕ ਦੇ ਵਿੱਚ ਮਿਊਚੁਅਲ ਅੰਡਰਸਟੈਂਡਿੰਗ ਬਣਾਉਣੀ ਤੁਹਾਡੇ ਆਰਗੇਨਾਈਜੇਸ਼ਨ ਦੇ ਨਾਲ, ਤਾਂ ਜਿਹੜਾ ਤੁਹਾਡਾ ਜਿਹੜਾ ਬਿਜ਼ਨਸ ਆ ਉਹ ਵਧੀਆ ਬਣੇ, ਤੁਹਾਡਾ ਜਿਹੜਾ ਰਿਲੇਸ਼ਨ ਆ ਗੈਸਟ ਦੇ ਨਾਲ ਬਣੇ, ਤੁਹਾਡੇ ਜਿਹੜੀ ਆਰਗੇਨਾਈਜੇਸ਼ਨ ਦੀ ਪ੍ਰਮੋਸ਼ਨ ਹੋਵੇ ਤੇ ਤੁਹਾਡਾ ਸਾਰੇ ਪਾਸੇ ਐਟਮੋਸਫੇਅਰ ਜਿਹੜਾ ਬੈਟਰ ਹੋ ਜਾਵੇ। ਇਹ ਇੱਕ ਹੋਸਪਿਟੈਲਿਟੀ ਪਲੈਨ ਦੇ ਨਾਲ ਚੱਲਣ ਵਾਲੀ ਇੱਕ ਟੈਕਨੀਕ ਆ, ਕਹਿ ਸਕਦੇ ਹਾਂ। ਠੀਕ ਹੈ। ਸੋ ਹੋਸਪਿਟੈਲਿਟੀ ਐਕਟੀਵਿਟੀ ਕਵਰਸ ਐਵਰੀਥਿੰਗ। ਕੀ ਕੀ ਕਵਰ ਕਰਦੀ ਹੈ? ਪ੍ਰੋਵਾਈਡਿੰਗ ਅਟੈਂਟਿਵ ਐਂਡ ਕੋਰਟੀਅਸ ਸਰਵਿਸ, ਫੈਕਲਟੀ ਦਿਆਲੂ ਭਾਵਨਾ ਵਾਲੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ, ਐਂਡ ਅਮੈਨਿਟੀਜ਼ ਟੂ ਟਰੈਵਲਰ, ਮੀਟਿੰਗ ਗ੍ਰੀਟਿੰਗ ਹਿਮ ਐਟ ਦੀ ਡੋਰ। ਠੀਕ ਹੈ, ਜਿਹੜਾ ਟਰੈਵਲ ਕਰਕੇ ਆਇਆ ਆ, ਮੀਟਿੰਗ ਲਈ ਆਇਆ, ਉਹਨੂੰ ਗ੍ਰੀਟ ਕਰਨਾ। ਠੀਕ ਹੈ, ਉਹਨੂੰ ਅਮੈਨਿਟੀਜ਼ ਪ੍ਰੋਵਾਈਡ ਕਰਨੀਆਂ। ਪ੍ਰੋਵਾਈਡਿੰਗ ਐਫੀਸ਼ੀਐਂਟ ਐਂਡ ਕੇਅਰਿੰਗ ਸਰਵਿਸ, ਉਹਨੂੰ ਐਫੀਸ਼ੀਐਂਟ ਅਤੇ ਕੇਅਰਿੰਗ ਸਰਵਿਸ ਪ੍ਰੋਵਾਈਡ ਕਰਨੀ, ਜਿਵੇਂ ਫੂਡ ਹੋ ਗਿਆ, ਬੈਵਰੇਜ ਹੋ ਗਿਆ, ਉਹਦੇ ਰੂਮ ਦੇ ਵਿੱਚ ਪ੍ਰੋਵਾਈਡ ਕਰਨਾ। ਪ੍ਰੋਵਾਈਡਿੰਗ ਏ ਹੋਮ ਅਵੇ ਫਰੋਮ ਹੋਮ ਐਂਡ ਮੇਕਿੰਗ ਹਿਜ਼ ਵਿਜ਼ਿਟ ਏ ਮੈਮੋਰੇਬਲ ਐਂਡ ਪਲੈਜ਼ੈਂਟ ਐਕਸਪੀਰੀਅੰਸ। ਤੋਂ ਉਹਨੂੰ ਇੱਦਾਂ ਦਾ ਫੀਲ ਨਹੀਂ ਹੋਣ ਦੇਣਾ ਕਿ ਉਹ ਘਰ ਤੋਂ ਦੂਰ ਆਇਆ, ਉਹਨੂੰ ਘਰ ਵਰਗਾ ਮਾਹੌਲ ਦੇਣਾ। ਠੀਕ ਹੈ, ਤਾਂ ਜੋ ਉਹਦਾ ਜੋ ਐਕਸਪੀਰੀਅੰਸ ਆ ਉਹ ਮੈਮੋਰੇਬਲ ਹੋ ਸਕੇ, ਐਕਸਪੀਰੀਅੰਸ ਮੈਮੋਰੇਬਲ ਹੋ ਜਾਵੇ, ਯਾਦਗਾਰ ਉਹਦਾ ਉਹ ਐਕਸਪੀਰੀਅੰਸ ਬਣ ਜਾਵੇ ਤੁਹਾਡੇ ਹੋਟਲ ਦੇ ਵਿੱਚ ਆਉਣਾ। ਪ੍ਰੋਵਾਈਡਿੰਗ ਹੋਸਪਿਟੈਲਿਟੀ ਸ਼ੁੱਡ ਮੇਕ ਹਿਜ਼ ਗੈਸਟ ਫੀਲ ਐਟ ਹੋਮ ਐਂਡ ਯੂਜ਼ ਪਲੇਜ਼ੈਂਟ ਟੋਨ ਆਫ ਵੋਇਸ। ਬਿਲਕੁਲ। ਸੋ ਹੋਸਪਿਟੈਲਿਟੀ ਦੇ ਵਿੱਚ ਹੋਟਲ ਨੂੰ ਕੀ ਚਾਹੀਦਾ ਆ? ਗੈਸਟ ਨੂੰ ਹੋਮ ਵਰਗਾ ਫੀਲ ਕਰਾਉਣਾ ਚਾਹੀਦਾ ਹੈ, ਤਾਂ ਜੋ ਉਹਨੂੰ ਵਧੀਆ ਵੋਇਸ ਤੁਹਾਡੀ ਜਿਹੜੀ ਹੋਏ, ਟੋਨ ਹੀ ਇੱਦਾਂ ਦੀ ਜਿਹੜੀ ਵਰਤਣੀ ਚਾਹੀਦੀ ਹੈ ਕਿ ਉਹਨੂੰ ਇਹ ਨਾ ਲੱਗੇ ਕਿ ਕੋਈ ਓਪਰਾ ਬੰਦਾ ਗੱਲ ਕਰ ਰਿਹਾ। ਸੋ smilingly offer him assistance whenever possible। ਬਿਲਕੁਲ
ਸਮਾਈਲਿੰਗ ਫੇਸ ਰੱਖਣਾ ਆ ਉਹਨੂੰ ਅਸਿਸਟ ਕਰਦੇ ਸਮੇਂ ਅਗਰ ਹੋ ਸਕੇ। ਨੈਵਰ ਇਗਨੋਰ ਦੀ ਗੈਸਟ ਔਰ ਅਬਰਪਟ ਨੰਬਰ, no matter how busy we are, anticipate his needs and want and provide the same without his asking them। ਸੋ ਕਹਿੰਦੇ ਕਿ ਇਗਨੋਰ ਨਹੀਂ ਕਰਨਾ ਕਦੇ ਵੀ ਗੈਸਟ ਨੂੰ, ਠੀਕ ਹੈ। ਭਾਵੇਂ ਤੁਸੀਂ ਜਿੰਨੇ ਮਰਜ਼ੀ ਬਿਜੀ ਹੋਣ, ਅਗਰ ਗੈਸਟ ਕੋਈ ਕਾਲ ਕਰਕੇ ਤੁਹਾਨੂੰ ਕਹਿ ਰਿਹਾ ਕੋਈ ਸਰਵਿਸ ਚਾਹੀਦੀ ਜਾਂ ਕੋਈ ਹੈਲਪ ਚਾਹੀਦੀ ਹੈ, ਉਸੇ ਵੇਲੇ ਉਸ ਨੂੰ ਹੈਲਪ ਪ੍ਰੋਵਾਈਡ ਕਰੋ, ਠੀਕ ਹੈ। ਕਦੀ ਵੀ ਇਗਨੋਰੈਂਸ ਨਹੀਂ ਕਰਨੀ ਹੈਗੀ, ਕੋਈ ਸਵਾਲ ਨਹੀਂ ਪੁੱਛਣਾ, ਜੋ ਗੈਸਟ ਕਰ ਰਿਹਾ ਉਹਦੀਆਂ ਨੀਡਸ ਨੂੰ ਕੰਪਲੀਟ ਕਰਨਾ ਹੈ। ਸੋ ਇਹ ਸੀਗਾ ਹੋਸਪਿਟੈਲਿਟੀ। ਇੱਕ ਅਨਦਰ ਵਰਡ ਦੇ ਨਾਲ ਅਗਰ ਮੈਂ ਸਿੰਪਲੈਸਿਟੀ ਦੇ ਵਿੱਚ ਸਮਝਾਵਾਂ ਤੇ ਹੋਸਪਿਟੈਲਿਟੀ ਇੱਕ ਟੂਰਿਸਟ ਨੂੰ ਸਰਵਿਸ ਪ੍ਰੋਵਾਈਡ ਕਰਨਾ ਹੈ। ਘਰੋਂ ਦੂਰ ਆਉਂਦਾ ਹੈ, ਠੀਕ ਹੈ, ਉਸ ਨੂੰ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ। ਕਿਹੜੀ ਸਰਵਿਸ? ਉਹਨੂੰ ਰਹਿਣ ਦੇ ਲਈ ਅਕੋਮੋਡੇਸ਼ਨ ਦਿੱਤੀ ਜਾਂਦੀ ਹੈ, ਸੋ ਉਹਨੂੰ ਖਾਣ ਦੇ ਲਈ ਫੂਡ ਦਿੱਤਾ ਜਾਂਦਾ ਹੈ। ਇਹ ਦੋ ਸਰਵਿਸ, ਕਿਉਂਕਿ ਜਿਹੜੇ ਕੋਈ ਟੂਰਿਸਟ ਆਉਂਦਾ ਉਹ ਘਰੋਂ ਤੇ ਖਾਣਾ ਲੈ ਕੇ ਨਹੀਂ ਆਉਂਦਾ ਇੰਨੇ ਦਿਨਾਂ ਦਾ। ਜੇ ਉਹਨੇ 15-20 ਦਿਨ ਜਾਂ ਰਹਿਣਾ, ਘਰ ਤੇ ਚੱਕ ਕੇ ਨਹੀਂ ਲਿਆਊਗਾ ਆਪਣਾ। ਉਹ ਰਹਿਣ ਦੇ ਲਈ ਉਹਨੂੰ ਕੋਈ ਚੀਜ਼ ਚਾਹੀਦੀ ਹੁੰਦੀ ਹੈ, ਖਾਣ ਦੇ ਲਈ ਕੁਝ ਚਾਹੀਦਾ ਹੁੰਦਾ। ਉਹ ਜਿਹੜੀ ਰਾਤ ਨੂੰ ਰੁਕਣ ਦੇ ਲਈ ਜਿਹੜੀ ਸਰਵਿਸਿਜ਼ ਗੈਸਟ ਨੂੰ ਪ੍ਰੋਵਾਈਡ ਕੀਤੀ ਜਾਂਦੀ ਆ, ਅਕੋਮੋਡੇਸ਼ਨ ਦੀ ਤੇ ਫੂਡ ਸਰਵਿਸ ਦੀ ਜਾਂ ਅਦਰ ਫੈਸਿਲਿਟੀਜ਼, ਜਿਵੇਂ ਕਿ ਸਪਾ ਹੋ ਗਿਆ, ਜਿਮ ਹੋ ਗਈ ਤੇ ਪੂਲ ਦੀ ਸਰਵਿਸ ਹੋ ਗਈ, ਐਂਟਰਟੇਨਮੈਂਟ ਫੈਸਿਲਿਟੀਜ਼ ਹੋ ਗਈਆਂ, ਬਾਰ ਸਰਵਿਸ ਪ੍ਰੋਵਾਈਡ ਹੋ ਗਈ। ਇਹ ਸਾਰਾ ਕੁਝ ਪ੍ਰੋਵਾਈਡ ਕਰਨ ਨੂੰ ਹੋਸਪਿਟੈਲਿਟੀ ਕਹਿੰਦੇ ਆ। ਜੋ ਫਿਰ ਕੌਣ ਪ੍ਰੋਵਾਈਡ ਕਰਦਾ ਆ? ਅੱਜ ਕੱਲ੍ਹ ਹੋਟਲ ਬਣੇ ਹੋਏ ਆ, ਤੁਸੀਂ ਦੇਖਿਆ ਹੋਏਗਾ ਕਿ ਕਿੱਥੇ ਗੈਸਟ ਆ ਕੇ ਕਿੱਥੇ ਠਹਿਰਦੇ? ਹੋਟਲਾਂ ਦੇ ਵਿੱਚ ਠਹਿਰਦੇ ਆ। ਸੋ ਇਹ ਸਾਰਾ ਕੁਝ ਹੋਸਪਿਟੈਲਿਟੀ ਦੇ ਅੰਡਰ ਹੁੰਦਾ ਆ। ਤਾਂ origin ਪੜ੍ਹ ਲੈਂਦੇ ਹਾਂ ਕਿ ਕਿੱਦਾਂ ਕਿੱਦਾਂ ਹੋਂਦ ਵਿੱਚ ਆਈ ਹੈ। ਕਹਿੰਦਾ ਦੀ origin and development of the hospitality industry is a direct outcome of travel tourism। ਬਿਲਕੁਲ ਇਹ ਆਈ ਆ ਟਰੈਵਲਿੰਗ ਤੋਂ ਤੇ ਟੂਰਿਜ਼ਮ ਤੋਂ ਹੋਸਪਿਟੈਲਿਟੀ ਡਿਵੈਲਪਮੈਂਟ ਹੋਈ ਆ। ਦੇਅਰ ਆਰ ਮੈਨੀ ਰੀਜ਼ਨ ਫੋਰ ਵਿਚ ਪਰਸਨਸ ਮੇ ਟਰੈਵਲ। ਹਾਂ, ਹੁਣ ਦੇਖੋ ਜਿਹਨੇ ਟਰੈਵਲ ਕਰਨਾ ਉਹਦੇ ਕਈ ਰੀਜ਼ਨ ਹੁੰਦੇ ਆ। ਕਿਹੜੇ ਰੀਜ਼ਨ ਹੁੰਦੇ ਆ? ਉਹ ਬਿਜ਼ਨਸ ਲਈ ਆ ਸਕਦਾ ਆ, ਪਲੈਜ਼ਰਸ ਦੇ ਲਈ ਆ ਰਿਹਾ ਆ, ਸਟੱਡੀਜ਼ ਦੇ ਲਈ ਆ ਰਿਹਾ ਹੈ, ਜਾਂ ਫਿਰ ਕੋਈ ਹੋਰ ਰੀਜ਼ਨ ਆ, ਜਿਵੇਂ ਫੈਮਿਲੀ ਦੇ ਨਾਲ ਉਹ ਮਿਲਣਾ ਚਾਹੁੰਦਾ ਹੈ, ਆਪਣੀ ਫੈਮਿਲੀ ਨੂੰ ਮਿਲਣ ਆ ਰਿਹਾ ਹੈਗਾ, ਜਾਂ ਕੋਈ ਹਿਸਟੋਰੀਕਲ ਪਲੇਸਿਸ ਦੇਖਣ ਆ ਰਿਹਾ, ਜਿਵੇਂ ਬਾਹਰੋਂ ਲੋਕ ਦਰਬਾਰ ਸਾਹਿਬ ਦੇਖਣ ਆਉਂਦੇ ਨੇ, ਇੱਦਾਂ ਕੋਈ ਹਿਸਟੋਰੀਕਲ ਪਲੇਸਿਸ ਦੇਖਣ ਆ ਰਿਹਾ। ਕਾਫੀ ਰੀਜ਼ਨ ਹੁੰਦੇ ਕਹਿੰਦੇ ਟਰੈਵਲ ਕਰਨ ਦੇ। ਵੈਨ ਏ ਪਰਸਨ ਟਰੈਵਲਸ ਫॉर ਏ ਫਿਊ ਔਰ ਮੋਰ ਡੇਜ਼, ਜਦੋਂ ਕੋਈ ਵਿਅਕਤੀ ਇੱਕ ਜਾਂ ਜ਼ਿਆਦਾ ਦਿਨ ਸਫ਼ਰ ਕਰਦਾ, ਹੀ ਮੇ ਕੈਰੀ ਹਿਜ਼ ਕਲੋਥ ਵਿਦ ਹਿਮ, ਉਹ ਆਪਣਾ ਜਿਹੜੇ ਕੱਪੜੇ ਨਾਲ ਲਿਆ ਕੇ ਆ ਸਕਦਾ ਹੈ। ਬਟ ਇਟ ਇਜ਼ ਨੋਟ ਪੋਸੀਬਲ ਫੋਰ ਹਿਮ ਟੂ ਕੈਰੀ ਹਿਜ਼ ਫੂਡ ਐਂਡ ਹੋਮ। ਪਰ ਕਹਿੰਦੇ ਇਹੀ ਪੋਸੀਬਲ ਨਹੀਂ ਹੈਗਾ ਆ ਕਿ ਉਹ ਭੋਜਨ ਤੇ ਆਪਣਾ ਜਿਹੜਾ ਘਰ ਨਾਲ ਚੱਕ ਕੇ ਘੜੀਸ ਕੇ ਲਿਆਵੇ। ਇਹ ਪੋਸੀਬਲ ਨਹੀਂ ਹੋ ਸਕਦਾ। ਥਸ two of his three basic needs, food and shelter, are not taken care when he is traveling। ਬਿਲਕੁਲ ਇਹ ਜਿਹੜੀਆਂ ਚੀਜ਼ਾਂ ਨਹੀਂ ਲਿਆ ਸਕਦਾ। the is where the hospitality industry steps in। ਇਹੀ ਰੀਜ਼ਨ ਦੇ ਕਾਰਨ ਹੋਸਪਿਟੈਲਿਟੀ ਇੰਡਸਟਰੀ ਜਿਹੜੀ ਆ ਉਹ ਹੋਂਦ ਦੇ ਵਿੱਚ ਆਈ। ਕਿਉਂ ਹੋਂਦ ਵਿੱਚ ਆਈ? ਉਸ ਨੂੰ ਫੂਡ ਐਂਡ ਸ਼ੈਲਟਰ ਪ੍ਰੋਵਾਈਡ ਕਰਨ ਦੇ ਲਈ ਜਿਹੜੀ ਇੰਡਸਟਰੀ ਹੋਂਦ ਵਿੱਚ ਆਈ ਉਸ ਨੂੰ ਹੋਸਪਿਟੈਲਿਟੀ ਇੰਡਸਟਰੀ ਕਿਹਾ ਜਾਂਦਾ। ਬਿਫੋਰ ਦੀ ਵੀਲ ਵਾਜ਼ ਇਨਵੈਂਟਡ, ਪੀਪਲ ਅੰਡਰਟੁਕ ਜਰਨੀਜ਼ ਔਨ ਐਨੀਮਲਸ ਸੱਚ ਐਜ਼ ਹੋਰਸਸ, ਕੈਮਲਸ ਐਂਡ ਐਲੀਫੈਂਟਸ। ਕਹਿੰਦੇ ਕੁਝ ਸਮੇਂ ਪਹਿਲਾਂ, ਬਹੁਤ ਸਾਲ ਪਹਿਲਾਂ ਕਹਿ ਲਵੋ, ਜਰਨੀ ਜਿਹੜੇ ਯਾਤਰਾ ਕਰਦੇ ਸੀਗੇ ਲੋਕ, ਉਹ ਜਾਨਵਰਾਂ ਦੇ ਉੱਤੇ ਕੀਤੀ ਜਾਂਦੀ ਸੀਗੀ। ਕਿਤੇ ਘੋੜਿਆਂ ਦੇ ਉੱਤੇ, ਊਂਠਾਂ ਦੇ ਉੱਤੇ ਜਾਂ ਹਾਥੀਆਂ ਦੇ ਉੱਤੇ ਕਰਦੇ ਸੀਗੇ ਟਰੈਵਲ। ਇਨ ਦੋਜ਼ ਡੇ, ਉਹਨਾਂ ਦਿਨਾਂ ਵਿੱਚ, ਦੇ ਯੂਜ਼ਡ ਟੂ ਟਰੈਵਲ ਇਨ ਗਰੁੱਪਸ ਕਾਲਡ ਕੈਰਾਵਾਨਸ। ਮਤਲਬ ਕਿ ਜਿਹੜਾ ਉਹ ਟਰੈਵਲ ਕਰਦੇ ਸੀ ਉਹ ਇੱਕ ਆਦਮੀ ਨਹੀਂ ਕਰਦਾ ਸੀਗਾ, ਕਿੰਨੇ ਜਾਣੇ ਮਿਲ ਕੇ ਕਰਦੇ ਸੀ, ਉਹਨਾਂ ਨੂੰ ਕੈਰਾਵਾਨਸ ਕਹਿੰਦੇ ਸੀਗੇ, ਠੀਕ ਹੈ। ਫੋਰ ਸੇਫਟੀ, ਮਤਲਬ ਕਿ ਉਹ ਸਾਰੇ ਇਕੱਠੇ ਤਾਂ ਕਰਦੇ ਸੀਗੇ ਕਿ ਇੱਦਾਂ ਕੋਈ ਅਟੈਕ ਨਾ ਕਰ ਪਾਏ। ਜੇ ਅਗਰ ਗਰੁੱਪ ਇਕੱਠਾ ਹੋਏਗਾ ਤਾਂ ਉਹ ਸੇਫ ਰਹਿਣਗੇ। ਐਟ ਨਾਈਟ ਫਾਲ ਦੇ ਅਵੋਇਡਡ ਟਰੈਵਲ ਡਿਊ ਟੂ ਦੀ ਫੀਅਰ ਆਫ ਵਾਈਲਡ ਐਨੀਮਲ ਐਂਡ ਬੈਂਡਿਟਸ। ਕਹਿਣ ਤੋਂ ਭਾਵ ਇਹ ਆ ਕਿ ਰਾਤ ਨੂੰ ਉਹ ਟਰੈਵਲ ਕਰਨਾ ਬਿਲਕੁਲ ਪਸੰਦ ਨਹੀਂ ਕਰਦੇ ਸੀਗੇ। ਰਾਤ ਨੂੰ ਉਹ ਰੁਕ ਜਾਂਦੇ ਸੀ ਕਿਉਂਕਿ ਉੱਥੇ ਜੰਗਲੀ ਜਾਨਵਰ
ਤੇ ਬਦਮਾਸ਼ਾਂ ਦਾ ਡੇਰਾ ਜਿਹਨੂੰ ਕਹਿ ਸਕਦੇ ਹੋ ਰਾਤ ਨੂੰ ਹੁੰਦਾ ਜਾਂ ਚੋਰਾਂ ਦਾ ਕਹਿ ਲਓ। So they looked for a place that could provide them with water, fuel to cook food and above all, ਸੋ ਫਿਰ ਉਹ ਦੇਖਦੇ ਸੀਗੇ ਕੋਈ ਜਗ੍ਹਾ ਦੇਖਦੇ ਸੀਗੇ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰ ਸਕੇ ਪਾਣੀ, ਤੇਲ, ਕੀ ਭੋਜਨ ਤੇ ਖਾਣਾ ਹੀ ਆ ਸਾਰਿਆਂ ਨੇ, ਭੋਜਨ ਖਾਣ ਦੇ ਲਈ ਤੇਲ ਦੀ ਲੋੜ ਆ, ਠੀਕ ਹੈ, ਹੋਰ ਕੁਛ ਉਸ ਤੋਂ ਅਬਵ ਆਲ, ਸਿਕਿਉਰਿਟੀ ਫਰੋਮ ਵਾਈਲਡ ਐਨੀਮਲ ਐਂਡ ਬੈਂਡਿਟਸ, ਸਿਕਿਉਰਿਟੀ ਦੇ ਲਈ ਮਤਲਬ ਉਹਨਾਂ ਦੀ ਜਾਨ ਦੀ ਰੱਖਿਆ ਦੇ ਲਈ, ਥੰਸ ਇਨ ਕੀਪਿੰਗ ਕੈਨ ਬੀ ਸੈਡ ਟੂ ਦੀ ਫਸਟ ਕਮਰਸ਼ੀਅਲ ਐਂਟਰਪ੍ਰਾਈਜ਼ ਐਂਡ ਹੋਸਪਿਟੈਲਿਟੀ, ਤੇ ਜਿਹੜੇ ਉਹਨਾਂ ਨੇ ਬਚਾਉਣ ਦੇ ਲਈ ਪਹਿਲੀ ਵਾਰੀ ਉਹਨਾਂ ਨੇ ਰਹਿਣ ਦੇ ਲਈ ਜਗ੍ਹਾ ਚੂਜ਼ ਕੀਤੀ ਸੀਗੀ, ਉਹਨਾਂ ਨੂੰ INN ਇਨ ਕਿਹਾ ਜਾਂਦਾ ਸੀ। ਅਗਰ ਜ਼ਿਆਦਾ ਕਹੋ ਤਾਂ ਇਨਜ਼ ਕਹਿੰਦੇ ਆ, ਇੱਕ ਕਹੋ ਤਾਂ ਇਨ ਜਿਹੜਾ ਸੀਗਾ ਉਹਨਾਂ ਨੂੰ ਕਿਹਾ ਜਾਂਦਾ ਸੀ। ਸੋ ਯਾਦ ਰੱਖਣਾ ਹੋਟਲਾਂ ਦਾ ਪਹਿਲਾ ਨਾਮ ਇਨ ਸੀਗਾ। ਵਨ ਆਫ ਦੀ ਫਸਟ ਸਰਵਿਸ ਫॉर ਵਿਚ ਮਨੀ ਵਾਸ ਐਕਸਚੇਂਜਡ, ਸੋ ਇਹ ਪਹਿਲੀ ਸਰਵਿਸ ਹੁੰਦੀ ਸੀ ਜਿਹਦੇ ਵਿੱਚ ਪੈਸੇ ਲੈਂਦੇ ਸੀਗੇ, ਮਤਲਬ ਜਿਹਨਾਂ ਦਾ ਜਗ੍ਹਾ ਹੁੰਦੀ ਸੀਗੀ ਉਹ ਪੈਸੇ ਲੈਂਦੇ ਸੀਗੇ ਤੇ ਜਗ੍ਹਾ ਦਿੰਦੇ ਸੀਗੇ, ਸੇਮ ਉਹੀ ਮਨੀ ਐਕਸਚੇਂਜ। ਇਨਸ ਆਫ ਦੀ biblical times offered only a court or a bench in the corner, ਕਹਿੰਦੇ ਨੇ ਜਿਹੜੇ ਬਿਬਲੀਕਲ ਟਾਈਮਰ ਸਭ ਤੋਂ ਪਹਿਲਾਂ ਜਿਹੜੇ ਹੋਂਦ ਵਿੱਚ ਆਏ ਸੀਗੇ ਉਹਦੇ ਵਿੱਚ ਕੀ ਕੀਤਾ ਜਾਂਦਾ ਸੀਗਾ, ਇੱਕ ਕੋਨਾ ਜਿਹਾ ਦੇ ਦਿੱਤਾ ਜਾਂਦਾ ਸੀਗਾ, ਇੱਕ ਬੈਂਚ ਦੇ ਦਿੱਤਾ ਜਾਂਦਾ ਸੀਗਾ ਤੇ ਇੱਕ ਉੱਪਰ ਲੈਣ ਨੂੰ ਕੰਬਲ ਵਗੈਰਾ ਦੇ ਦਿੱਤਾ ਜਾਂਦਾ ਸੀ। ਕਹਿਣ ਦਾ ਭਾਵ ਇੱਕ ਕੋਨੇ ਦੇ ਵਿੱਚ ਬੈਂਚ ਲਾ ਕੇ ਦੇ ਦਿੱਤਾ ਜਾਂਦਾ ਸੀਗਾ ਪਹਿਲੇ ਨੰਬਰ ਤੇ। ਗੈਸਟ ਸਟੇਇੰਗ ਇਨ ਲਾਰਜਾ ਕਮਿਊਨਲ ਰੂਮ ਵਿਦ ਨੋ ਸੈਨੀਟੇਸ਼ਨ ਐਂਡ ਪ੍ਰਾਈਵੇਸੀ, ਕਹਿਣ ਦਾ ਭਾਵ ਕਿ ਇੱਕ ਵੱਡਾ ਸਾਰਾ ਹਾਲ ਹੁੰਦਾ ਸੀਗਾ ਜਿਹਦੇ ਵਿੱਚ ਕੋਈ ਸੈਨੀਟਾਈਜੇਸ਼ਨ, ਕੋਈ ਹਾਈਜੀਨ ਨਹੀਂ ਸੀਗੀ, ਨਾ ਹੀ ਕੋਈ ਪ੍ਰਾਈਵੇਸੀ ਸੀਗਾ, ਉੱਥੇ ਸਾਰੇ ਹੀ ਉੱਥੇ ਇਕੱਠੇ ਹੀ ਸਾਰਿਆਂ ਨੂੰ ਸਵਾਲ ਦਿੱਤਾ ਜਾਂਦਾ ਸੀ, ਵੱਡੇ ਵੱਡੇ ਹਾਲ ਹੀ ਹੁੰਦੇ ਸੀਗੇ ਪੁਰਾਣੇ ਸਮਿਆਂ ਦੇ ਵਿੱਚ, ਕੋਈ ਸੇਫਟੀ ਨਹੀਂ ਹੁੰਦੀ ਸੀਗੀ ਕਹਿਣ ਤੋਂ ਭਾਵ ਉੱਥੇ। ਇਨ ਦੀ 3rd ਸੈਂਚੁਰੀ, ਹੁਣ ਤੀਜੀ ਸੈਂਚੁਰੀ ਵਿੱਚ ਕੀ ਹੋਇਆ, AD the Roman Empire developed an extensive network of brick paved roads throughout Europe and Asia Minor, and a chain of roadside lodges was constructed from Spain to Turkey। ਹੁਣ ਆ ਗਈ 3rd ਸੈਂਚੁਰੀ ਦੇ ਵਿੱਚ ਆ ਗਏ ਰੋਮਨ ਐਮਪਾਇਰ, ਜਿਹੜੇ ਬਹੁਤ ਜ਼ਿਆਦਾ ਅਮੀਰ ਸੀਗੇ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਬ੍ਰਿਕ ਇੱਟਾਂ ਦੇ ਉਹ ਰੋਡ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਇੱਟਾਂ ਦੇ ਹੀ ਰੋਡ ਦੇ ਉੱਤੇ ਲੋਜਸ ਹੁੰਦੇ ਆ ਕਿ ਰੋਡ ਦੇ ਉੱਤੇ ਰੋਡ ਸਾਈਡ ਲੋਜਸ ਮਤਲਬ ਰਹਿਣ ਦੇ ਲਈ ਜਗ੍ਹਾਵਾਂ ਬਣਾਉਣੀਆਂ ਸ਼ੁਰੂ ਕਰਤੀਆਂ ਰੋਡ ਸਾਈਡ, ਠੀਕ ਹੈ, ਜਿਵੇਂ ਮੋਟਲਸ ਤੁਸੀਂ ਦੇਖੇ ਹੋਗੇ ਰੋਡ ਸਾਈਡ ਮੋਟਲਸ ਹੁੰਦੇ, ਇੱਦਾਂ ਹੀ ਉਹਨਾਂ ਨੇ ਰੋਡ ਸਾਈਡ ਜਗ੍ਹਾ ਬਣਾਉਣੀਆਂ ਸ਼ੁਰੂ ਕੀਤੀਆਂ। ਕਿੱਥੋਂ ਲੈ ਕੇ ਕਿੱਥੇ ਤੱਕ ਪਹਿਲਾਂ ਬਣਾਈ ਸੀ, ਸਪੇਨ ਤੋਂ ਲੈ ਕੇ ਤੁਰਕੀ ਤੱਕ। ਟਿਲ ਦੀ ਇੰਡਸਟਰੀਅਲ ਰੈਵੋਲੂਸ਼ਨ ਆਫ ਦੀ 1700, now significant improvements was made in the inns and taverns, and they were not very suitable for aristocrat। ਕਹਿੰਦੇ 1700 ਸਨ ਤੱਕ ਉਹਦੇ ਵਿੱਚ ਕੋਈ ਇੰਪਰੂਵਮੈਂਟ ਨਹੀਂ ਆਈ, ਉੱਦਾਂ ਦੇ ਉੱਦਾਂ ਹੀ ਬਣੇ ਰਹੇ, ਠੀਕ ਹੈ, ਜਿੱਦਾਂ ਦੇ ਅੰਪਾਇਰਸ ਨੇ ਬਣਾਏ ਸੀ ਉੱਦਾਂ ਹੀ ਚੱਲਦੇ ਗਏ, ਉੱਦਾਂ ਹੀ ਲੋਕ ਰਹਿੰਦੇ ਗਏ ਉਹਨਾਂ ਦੇ ਵਿੱਚ, ਹੋਰ ਮਤਲਬ ਬਦਲਾਅ ਨਹੀਂ ਆਇਆ, ਬਟ ਜ਼ਿਆਦਾਤਰ ਸੂਟੇਬਲ ਨਹੀਂ ਸੀਗੇ ਉਹ। ਉਸ ਤੋਂ ਬਾਅਦ ਕੀ ਹੋਇਆ, ਟੂ ਅਕੋਮੋਡੇਟ ਵੈਲਥੀ ਟਰੈਵਲਰ ਲਗਜ਼ਰੀਅਸ ਸਟਰਕਚਰ ਵਾਜ਼ ਕੰਸਟਰਕਟਡ ਵਿਦ ਪ੍ਰਾਈਵੇਟਸ ਰੂਮ, ਇੰਡੀਵਿਜੂਅਲ ਸੈਨੀਟੇਸ਼ਨ ਐਂਡ ਕੰਫਰਟ ਆਫ ਦੀ ਯੂਰੋਪੀਅਨ ਕਾਸਟਲ। ਹਾਂ, ਫਿਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਸੋਚਿਆ, ਫਿਰ ਵੈਲਥੀ ਟਰੈਵਲਰਸ ਮਤਲਬ ਕਿ ਫਿਰ ਹੁਣ ਉਹਨਾਂ ਨੇ ਕੰਫਰਟ ਜ਼ੋਨ ਦੇਣ ਦੇ ਲਈ ਟਰੈਵਲਰਸ ਨੂੰ ਲਗਜ਼ਰੀਅਸ ਸਟਰਕਚਰ ਬਣਾਉਣਾ ਸ਼ੁਰੂ ਕਰਤਾ। ਕਾਫੀ ਦੇਰ ਬਾਅਦ 1700 ਸੈਂਚੁਰੀ ਤੋਂ ਬਾਅਦ ਉਹਨਾਂ ਨੇ ਲਗਜ਼ਰੀਅਸ ਸਟਰਕਚਰ ਬਣਾਉਣੇ ਸ਼ੁਰੂ ਕਰ ਦਿੱਤੇ, ਪ੍ਰਾਈਵੇਟ ਰੂਮ ਬਣਾਉਣੇ ਸ਼ੁਰੂ ਕਰ ਦਿੱਤੇ ਤਾਂ ਜੋ ਕੰਫਰਟੇਬਲ ਜ਼ੋਨ ਸੈਨੀਟੇਸ਼ਨ ਪ੍ਰੋਵਾਈਡ ਕੀਤੀ ਜਾ ਸਕੇ। ਉਹਦਾ ਨਾਮ ਉਹਨਾਂ ਨੇ ਕੀ ਰੱਖਿਆ, ਯੂਰੋਪੀਅਨ ਕੈਸਲ ਵੀ ਕਹਿ ਸਕਦੇ। These elegant new establishments adopt the French word for mansion, hotel, lodge,
ਹੁਣ ਜਾ ਕੇ ਇਹਨਾਂ ਦਾ ਨਾਮ ਪਿਆ ਸੀਗਾ ਹੋਟਲ ਦੇ ਵਿੱਚ। ਫ੍ਰੈਂਚ ਵਰਡ ਕਿਹਾ ਗਿਆ ਮੈਂਸ਼ਨ ਨੂੰ, ਮੈਂਸ਼ਨ ਦਾ ਮੀਨਿੰਗ ਹੋਟਲ, ਠੀਕ ਹੈ। ਪਹਿਲਾਂ ਮੈਂਸ਼ਨ ਸੀਗਾ, ਉਹਦਾ ਫ੍ਰੈਂਚ ਵਰਡ ਬਣ ਗਿਆ ਹੋਟਲ। ਸੋ ਥਰੂ ਆਊਟ ਦੀ 1800s, ਹੁਣ 1800 ਸੈਂਚਰੀ 'ਚ ਕੀ ਹੋਏਗਾ, ਅਮੈਰੀਕਨਸ ਇਨ ਕੀਪਰਸ improved their services and continued to build large and more amply equipped properties, and most of these properties were located near seaport towns। ਹੁਣ ਫਿਰ ਅਮਰੀਕਾ ਵਾਲਿਆਂ ਨੇ ਵੀ ਕੰਮ ਸ਼ੁਰੂ ਕਰਤਾ ਹੋਟਲ ਬਣਾਉਣ ਦਾ ਫਿਰ 1800 ਸੈਂਚਰੀ ਵਿੱਚ। ਫਿਰ ਉਹਨਾਂ ਨੇ ਸਰਵਿਸਿਜ਼ ਦੇ ਵਿੱਚ ਇੰਪਰੂਵਮੈਂਟ ਲਿਆਉਂਦੀ, ਤੇ ਫਿਰ ਉਹਨਾਂ ਨੇ ਵੱਡੇ ਵੱਡੇ ਹੋਟਲ ਬਣਾਏ ਤੇ ਵੱਡੀਆਂ ਵੱਡੀਆਂ ਇਕਵਿਪਮੈਂਟਸ ਜਿਹੜੇ ਯੂਜ਼ ਕੀਤੇ। ਫਿਰ ਉਹਨਾਂ ਨੇ ਜ਼ਿਆਦਾਤਰ ਕੀ ਕੀਤਾ, ਹੋਟਲ ਜਿਹੜੇ ਸੀ ਪੋਰਟ ਟਾਊਨਸ ਦੇ ਲਾਗੇ, ਮਤਲਬ ਪਹਾੜੀਆਂ ਲਾਗੇ ਲਾ ਲਓ ਜਾਂ ਸਮੁੰਦਰੀ ਇਲਾਕਿਆਂ ਦੇ ਲਾਗੇ ਉਹਨਾਂ ਨੇ ਹੋਟਲ ਬਣਾਉਣੇ ਸ਼ੁਰੂ ਕੀਤੇ ਤੇ ਵਧੀਆ ਵਧੀਆ ਫੈਸਿਲਿਟੀਜ਼ ਉਹਨਾਂ ਨੇ ਪ੍ਰੋਵਾਈਡ ਕੀਤੀਆਂ। ਸੋ ਇੱਥੋਂ ਹੋਟਲ ਜਿਹੜਾ ਸੀਗਾ ਉਹ ਹੋਣ ਦੇ ਵਿੱਚ ਆਇਆ। ਸੋ ਇਹ ਸੀਗਾ ਹੋਟਲ ਤੇ ਹੋਸਪਿਟੈਲਿਟੀ, ਜਿਹੜਾ ਤੁਸੀਂ ਪੜ੍ਹਿਆ ਕਿ ਹੋਸਪਿਟੈਲਿਟੀ ਕੀ ਸੀਗਾ, ਇਹਦੀ ਹਿਸਟਰੀ ਕੀ ਸੀਗੀ। ਅਗਲੇ ਲੈਕਚਰ ਦੇ ਵਿੱਚ ਅਸੀਂ ਟੂਰਿਜ਼ਮ ਬਾਰੇ ਜਾਣਾਂਗੇ। ਥੈਂਕ ਯੂ।